ਸਾਡੀ ਸਰਕਾਰਾਂ ਨਾਲ ਨਾ ਇੱਕ ਲੜਾਈ ਆ ਇਹ। ਅਸੀਂ ਜੰਗ ਦੇ ਮੈਦਾਨ 'ਚ ਬੈਠੇ ਆ, ਕਦੇ ਉਹਨਾਂ ਦਾ ਪੱਲੜਾ ਭਾਰੀ ਹੋਊਗਾ, ਕਦੇ ਸਾਡਾ ਹੋਊਗਾ। ਪਰ ਇੱਕ ਸਮਾਂ ਇਹੋ ਜਿਹਾ ਆਇਆ ਸੀ ਜਦੋਂ ਅਸੀਂ ਆਪਦੀ ਜਿੱਤ ਲਿਖ ਸਕਦੇ ਸੀ। ਉਹ ਸਮਾਂ ਅਸੀਂ ਆਪਦੇ ਹੱਥੋਂ ਖੁੰਝਾ ਲਿਆ। ਸਾਡੇ ਬੰਦਿਆਂ ਨੇ, ਜੇ ਪੰਜਾਬੀ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨਾਂ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ। ਪੰਜਾਬ ਨੂੰ ਜੇ ਅਸੀਂ ਕਹੀਏ ਕਲਪੀਏ ਤਾਂ ਪੰਜਾਬ ਨੂੰ ਕਿਸਾਨੀ ਤੇ ਸਿੱਖੀ ਤੋਂ ਬਿਨਾਂ ਕਲਪਿਆ ਨਹੀਂ ਜਾ ਸਕਦਾ। ਤੇ ਇਹਦੇ 'ਚ ਸਮਰੱਥਾ ਵੀ ਇੰਨੀ ਆ ਵੀ ਇਹ ਉਜੜਦੀ ਮੁੜ ਕੇ ਫੇਰ ਵਸ ਜਾਂਦੀ ਆ। ਸਾਡੇ ਆਪਦੇ ਹੀ ਕਿਸਾਨ ਆਗੂ ਆ, ਉਹ ਸਾਡੇ ਬਾਹਰੋਂ ਤਾਂ ਨਹੀਂ ਆ, ਤੇ ਫਿਰ ਸਾਡੇ ਮਾੜੇ ਮੋਟੇ ਵਿਖਰੇਵੇਂ ਹੋ ਸਕਦੇ ਆ, ਪਰ ਅੱਜ ਤੱਕ ਅਸੀਂ ਇਕੱਠੇ ਨਹੀਂ ਬੈਠੇ। ਤੇ ਮੈਂ ਬਾਰ-ਬਾਰ ਇਹ ਗੱਲ ਕਹੀ ਵੀ ਇਕੱਠੇ ਬੈਠੀਏ। ਸਾਡੇ ਕਿਹੜਾ ਮਤਲਬ ਮਾਂ ਵੰਡੇ ਆ, ਤੁਸੀਂ ਉਹ ਜਿਹੜੇ ਆਪਾਂ ਪੰਜਾਬੀਆਂ 'ਚ ਕਹਿੰਦੇ ਹੋਣੇ ਆ ਵੀ ਆਪਾਂ ਕਿਹੜਾ ਜ਼ਮੀਨ ਵੰਡ ਲਈ। ਜੀ ਤੁਸੀਂ ਦੇਖ ਰਹੇ ਹੋ ਸਰਖਾਬ ਟੀਵੀ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਗੱਲ ਕਰ ਦਿਆਂਗੇ। ਜਿਵੇਂ ਕਿ ਇੰਟਰਵਿਊ ਆਈਆਂ ਨੇ 2-3 ਬਾਈ ਦੀਪ ਸਿੱਧੂ ਦੀਆਂ, ਤੇ ਉਸ ਦੇ ਵਿੱਚ 25 ਤੇ 26 ਤਰੀਕ ਨੂੰ ਲੈ ਕੇ ਤਾਂ ਕਲੀਅਰ ਹੋ ਹੀ ਗਈਆਂ ਗੱਲਾਂ। ਹਰ ਕਿਸੇ ਨੇ ਸੁਣ ਲਈਆਂ ਗੱਲਾਂ, ਤੇ ਹੁਣ ਅੱਗੇ ਦੀਆਂ ਰਣਨੀਤੀਆਂ ਕੀ ਰਹਿਣਗੀਆਂ, ਅੱਗੇ ਸੰਘਰਸ਼ ਆ ਜਿਹੜਾ ਉਹ ਕਿਸ ਤਰ੍ਹਾਂ ਚੱਲੇਗਾ, ਕੀ ਦੀਪ ਸਿੱਧੂ ਸੰਘਰਸ਼ ਦੇ ਵਿੱਚ ਜਾਣਗੇ, ਕੀ ਆਪਣੀ ਫਿਲਮੀ ਲਾਈਫ ਦੇ ਵਿੱਚ ਜਾਣਗੇ, ਇਹ ਸਾਰੀਆਂ ਗੱਲਾਂ ਦੇ ਉੱਪਰ ਗੱਲਬਾਤ ਕਰਾਂਗੇ। ਦੀਪ ਸਿੱਧੂ ਸਾਡੇ ਨਾਲ ਮੌਜੂਦ ਨੇ ਬਾਈ, ਪਹਿਲਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ ਬਾਈ, ਧੰਨਵਾਦ। ਬੜੇ ਟਾਈਮ ਬਾਅਦ ਮਿਲਿਆ, ਪਹਿਲਾਂ ਤਾਂ ਐਂ ਦੱਸੋ ਵੀ ਸਿਹਤਾਂ ਕਿਵੇਂ ਨੇ? ਠੀਕ ਨੇ? ਸਿਹਤ ਕਾਇਮ ਆ ਜੀ, ਜਮਾਂ ਫਿੱਟ ਆ। ਉਹੀ ਜਿਹੜੀ ਬੇਬੇ ਦੀ ਰਸੋਈ ਤੇ ਜਿਵੇਂ ਸਿਹਤ ਹੁੰਦੀ ਸੀ ਆਪਾਂ ਉਵੇਂ ਹੀ ਆ। ਹਾਂਜੀ ਬਈ ਗੱਲ ਕਰ ਦਿਆਂਗੇ ਪਿਛਲੀਆਂ ਗੱਲਾਂ ਤਾਂ ਪਿਛਲੀਆਂ ਇੰਟਰਵਿਊਆਂ ਦੇ ਵਿੱਚ ਹੋ ਗਈਆਂ। 25 ਤਰੀਕ ਨੂੰ ਕੀ ਹੋਇਆ, 26 ਨੂੰ ਕੀ ਹੋਇਆ, ਪਰ ਹੁਣ ਅਗਲੀ ਗੱਲ ਕੀ ਹੈਗੀ? ਅਰੈਸਟ ਹੋ ਜਾਂਦੇ ਹੋ, ਅਰੈਸਟ ਹੋਣ ਤੋਂ ਬਾਅਦ ਬਾਹਰ ਆਉਣੇ ਹੋ, ਫਿਰ ਅਗਲੀ ਰਣਨੀਤੀ ਕੀ ਬਣਦੀ ਹੈਗੀ? ਨਹੀਂ, ਹੁਣ ਅਗਲੀ ਰਣਨੀਤੀ ਤਾਂ ਇਹ ਆ ਵੀ ਸੰਘਰਸ਼ ਤਾਂ ਆਪਣਾ ਹਜੇ ਵੀ ਚੱਲ ਰਿਹਾ। ਤੇ ਜਦੋਂ ਸੰਘਰਸ਼ ਵਿੱਢਿਆ ਸੀ, ਇਸ ਕਰਕੇ ਵਿੱਢਿਆ ਸੀ ਵੀ ਇਕੱਲਾ ਚਲੋ ਕਿਸਾਨੀ ਸੰਘਰਸ਼ ਤਾਂ ਹੈ ਹੀ। ਕਿਸਾਨੀ ਪੰਜਾਬ ਨੂੰ ਜੇ ਅਸੀਂ ਕਹੀਏ ਕਲਪੀਏ ਤਾਂ ਪੰਜਾਬ ਨੂੰ ਕਿਸਾਨੀ ਤੇ ਸਿੱਖੀ ਤੋਂ ਬਿਨਾਂ ਕਲਪਿਆ ਨਹੀਂ ਜਾ ਸਕਦਾ। ਗੁਰੂਆਂ ਦੀ ਧਰਤੀ ਕਹਿੰਦੇ ਆ ਇਸ ਧਰਤੀ ਨੂੰ, ਇਸ ਜਰਖੇਜ਼ ਜ਼ਮੀਨ ਨੂੰ, ਹਨਾ। ਤੇ ਇਹਦੇ 'ਚ ਸਮਰੱਥਾ ਵੀ ਇੰਨੀ ਆ ਵੀ ਇਹ ਉਜੜਦੀ ਮੁੜ ਕੇ ਫੇਰ ਵਸ ਜਾਂਦੀ ਆ। ਇਹ ਵੀ ਇਸ ਧਰਤੀ ਦੀ ਖਾਸੀਅਤ ਆ। ਕਿਸਾਨੀ ਸੰਘਰਸ਼ 'ਚ ਸਾਡੀ ਹੋਂਦ ਦਾ ਮਸਲਾ ਬਣ ਗਿਆ ਸੀ। ਜਦੋਂ ਹੋਂਦ ਦੀ ਗੱਲ ਕਰਦੇ ਆ ਤਾਂ ਸਾਡੀ ਸੱਭਿਆਚਾਰਕ ਹੋਂਦ, ਸਾਡੀ ਜਿਹੜੇ ਫੈਮਿਲੀ ਇੰਸਟੀਟਿਊਟਸ ਆ ਉਹਨਾਂ ਦੀ ਹੋਂਦ, ਸਾਡੇ ਜਿਹੜੇ ਰਿਲੀਜੀਅਸ ਜਾਂ ਧਾਰਮਿਕ ਇੰਸਟੀਟਿਊਟਸ ਆ ਉਹਨਾਂ ਦੀ ਹੋਂਦ, ਹਨਾ। ਤੇ ਇਹ ਸਾਰੀਆਂ ਜਿਹੜੀਆਂ, ਤੇ ਸਾਡੀ ਸਿਵਲ ਸੁਸਾਇਟੀ ਆ ਪੰਜਾਬ 'ਚ, ਇੱਕ ਸਿਵਲ ਸੁਸਾਇਟੀ ਵੀ ਆ ਨਾ ਵਿਚਰਦੀ। ਸਿਵਲ ਸੁਸਾਇਟੀ ਇਹ ਹੁੰਦੀ ਆ ਵੀ ਜਦੋਂ ਕਿਤੇ ਜ਼ਬਰ ਤੇ ਜ਼ੁਲਮ ਹੋ ਰਿਹਾ ਹੋਵੇ, ਉਹਦੇ ਅਗੇਂਸਟ ਲੋਕ ਉੱਠ ਕੇ ਆਪਦੀ ਆਵਾਜ਼ ਬੁਲੰਦ ਕਰਦੇ ਆ, ਜਿਹੜੀ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖਿਆ ਵੀ ਉਸ ਲੈਵਲ ਤੱਕ ਨਹੀਂ ਰਹੀ। ਉਹਦੇ ਬੜੇ ਆਪਦੇ ਕਾਰਨ ਆ, ਪਰ ਸਾਡੀ ਸਿਵਲ ਸੁਸਾਇਟੀ ਦੀ ਵੀ ਹੋਂਦ, ਤਾਂ ਪੰਜਾਬ ਦੀ ਇੱਕ ਹੋਂਦ ਦਾ ਆਪਾਂ ਲੜਾਈ ਲੜ ਰਹੇ ਹਾਂ, ਅੱਜ ਵੀ ਲੜ ਰਹੇ ਹਾਂ। ਇਹ ਥੋੜੀ ਵੀ ਹੁਣ ਕੋਈ ਸਿਚੁਏਸ਼ਨ ਬਦਲ ਗਈ। ਸੰਘਰਸ਼ ਹਜੇ ਵੀ ਚੱਲ ਰਿਹਾ। ਸਾਡੇ ਕਿਸਾਨ ਆਗੂਆਂ ਨੇ ਇਸ ਸੰਘਰਸ਼ ਨੂੰ ਆਈਡੈਂਟੀਫਾਈ ਕੀਤਾ ਪਹਿਲਾਂ, ਜਾਂ ਇਸ ਮਸਲੇ ਨੂੰ ਆਈਡੈਂਟੀਫਾਈ ਕੀਤਾ, ਹਨਾ। ਫਿਰ ਉਹਦੇ ਤੇ ਜਿਹੜੇ ਲੋਕ ਆ ਉਹਨਾਂ ਨੂੰ ਲਾਮਬੰਦ ਕੀਤਾ, ਉਹਨਾਂ ਨੂੰ ਮੋਬਲਾਈਜ਼ ਕਰਕੇ ਉਹਨਾਂ ਨੂੰ ਲਾਮਬੰਦ ਕੀਤਾ। ਲਾਮਬੰਦ ਕਰਕੇ ਫਿਰ ਇੱਕ ਮੋਰਚਾ ਵਿੱਢਿਆ। ਇਹ ਸਿਹਰਾ ਉਹਨਾਂ ਨੂੰ ਜਾਂਦਾ, ਪਰ ਮੋਰਚਾ ਵਿੱਢਣ ਦੇ ਨਾਲ ਹੁਣ ਮੋਰਚੇ ਦੀ ਕਲਮੀਨੇਸ਼ਨ ਕੀ ਹੋਊਗੀ, ਉਹਦਾ ਕਲੋਜ਼ਰ ਕੀ ਹੋਊਗਾ, ਸਾਡੀ ਜਿੱਤ ਕਿਵੇਂ ਹੋਊਗੀ, ਇਹ ਬਹੁਤ ਵੱਡਾ ਸਵਾਲ ਆ। ਹਜੇ ਵੀ ਸਾਡੇ ਸਾਹਮਣੇ ਉਵੇਂ ਹੀ ਕਹਿ ਲਓ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਜਿਵੇਂ 26 ਜਨਵਰੀ ਤੋਂ ਪਹਿਲਾਂ ਲਿਖਿਆ ਹੋਇਆ ਸੀ। ਇਸ ਮੋਰਚੇ 'ਚ ਉਤਰਾ ਚੜ੍ਹਾਏ। ਮੈਂ ਇੱਕ ਵਾਰੀ ਪਹਿਲਾਂ ਵੀ ਇਹੀ ਗੱਲ ਕਹੀ ਸੀ ਵੀ ਸਾਡੀ ਸਰਕਾਰਾਂ ਨਾਲ ਨਾ ਇੱਕ ਲੜਾਈ ਆ ਇਹ। ਅਸੀਂ ਜੰਗ ਦੇ ਮੈਦਾਨ 'ਚ ਬੈਠੇ ਆ, ਕਦੇ ਉਹਨਾਂ ਦਾ ਪੱਲੜਾ ਭਾਰੀ ਹੋਊਗਾ, ਕਦੇ ਸਾਡਾ ਹੋਊਗਾ, ਹਨਾ। ਕਿਉਂਕਿ ਜੰਗ ਐਂ ਲੜੀ ਜਾਂਦੀ ਹੁੰਦੀ ਆ, ਕਦੇ ਦੁਸ਼ਮਣ ਸਾਡੇ ਤੋਂ ਜ਼ਿਆਦਾ ਵਾਰ ਵੱਧ ਕਰ ਜਾਂਦਾ, ਸਟਰੋਂਗ ਕਰ ਜਾਂਦਾ, ਕਦੇ ਅਸੀਂ ਕਰ ਜਾਂਦੇ ਆ। ਹੁਣ ਪਰ ਇੱਕ ਸਮਾਂ ਇਹੋ ਜਿਹਾ ਆਇਆ ਸੀ ਜਦੋਂ ਅਸੀਂ ਆਪਦੀ ਜਿੱਤ ਲਿਖ ਸਕਦੇ ਸੀ। ਉਹ ਸਮਾਂ ਅਸੀਂ ਆਪਦੇ ਹੱਥੋਂ ਖੁੰਝਾ ਲਿਆ। ਤੁਸੀਂ ਸਰਟੀਫਿਕੇਟ ਬਣਨਾ ਸ਼ੁਰੂ ਹੋ ਗਏ ਜਦੋਂ ਸਮਾਂ, ਉਦੋਂ ਇਹ ਕਹਿ ਲਓ ਵੀ ਸਾਡੇ ਬੰਦਿਆਂ ਨੇ, ਉਹ ਆਪਾਂ ਸਰਟੀਫਿਕੇਟਸ ਤੇ ਚਲੋ ਨਹੀਂ ਜਾਂਦੇ, ਬਾਲੀਆਂ ਉਹ ਗੱਲਾਂ ਨਹੀਂ ਕਰਦੇ,
ਪਰ ਸਾਡੇ ਬੰਦਿਆਂ ਨੇ, ਜੇ ਪੰਜਾਬੀ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨਾਂ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ, ਹੈ ਨਾ। ਤੇ ਇਸ ਕਰਕੇ ਅਸੀਂ ਉਹ ਸਮਾਂ ਆਪਦੇ ਹੱਥੋਂ ਗਵਾ ਲਿਆ। ਪਰ ਅੱਜ ਵੀ ਮੈਂ ਇਹ ਕਹਿਣਾ ਵੀ ਦੀਪ ਸਿੱਧੂ ਕਿਸਾਨੀ ਸੰਘਰਸ਼ ਦੇ ਨਾਲ ਆਪਦੀ ਪੂਰੀ ਹਮਾਇਤ ਰੱਖਦਾ। ਉਹਨਾਂ ਦਾ ਸਿਪਾਹੀ ਆ, ਉਹਨਾਂ ਦਾ ਸੋਲਜਰ ਆ, ਉਹਨਾਂ ਦਾ ਸੇਵਾਦਾਰ ਆ। ਉਹਨਾਂ ਦੇ ਆਪਾਂ ਪ੍ਰੋਗਰਾਮਾਂ ਤੇ ਚੱਲੇ ਆ, ਉਹਨਾਂ ਦੇ ਮਤਲਬ ਸਾਡੇ ਕਿਸਾਨ ਆਗੂਆਂ ਦੇ ਪ੍ਰੋਗਰਾਮਾਂ ਤੇ ਚੱਲੇ ਆ। ਜਿਵੇਂ ਸਾਡੇ ਆਗੂ ਪਹਿਲਾਂ 26 ਤਰੀਕ ਨੂੰ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਵੀ ਦਿੱਲੀ ਚੱਲੋ, ਆਪਾਂ ਦਿੱਲੀ ਤੁਰ ਗਏ 26 ਨਵੰਬਰ ਨੂੰ। ਫਿਰ ਉਹਨਾਂ ਨੇ ਪ੍ਰੋਗਰਾਮ ਦਿੱਤਾ 26 ਜਨਵਰੀ ਨੂੰ ਵੀ ਟਰੈਕਟਰ ਮਾਰਚ ਕੱਢਣਾ, ਆਪਾਂ ਉਹਦੇ 'ਚ ਵੀ ਜਿੰਨਾ ਹਿੱਸਾ ਆਪਦਾ ਲਿਆ। ਜਿੱਦੇ 26 ਨੂੰ ਸਵੇਰੇ ਉਹਨਾਂ ਦੇ ਕੁਛ ਜਿਹੜੇ ਆਪਣੇ ਮੇਨ ਕਿਸਾਨ ਆਗੂ ਆ ਉਹਨਾਂ ਨੇ ਕਿਹਾ ਜੀ ਹੁਣ ਲਾਲ ਕਿਲ੍ਹੇ ਪਹੁੰਚੋ, ਆਪਾਂ ਲਾਲ ਕਿਲ੍ਹੇ ਵੀ ਪਹੁੰਚੇ ਔਰ ਇੱਕ ਪੀਸਫੁਲ ਪ੍ਰੋਟੈਸਟ ਕੀਤਾ, ਹੈ ਨਾ। ਕੋਈ ਹਿੰਸਕ ਨਹੀਂ ਸੀ, ਅਸੀਂ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਕੀਤੀ। ਹਿੰਸਾ ਜਿਹੜੀ ਹੋਈ ਆ ਉੱਥੇ, ਉਹਦੇ ਲਈ ਕੌਣ ਜ਼ਿੰਮੇਵਾਰ ਆ, ਇਹ ਵੀ ਹਜੇ ਮੈਟਰ ਕੋਰਟ 'ਚ ਸਬਜੂਡਿਸ ਆ, ਹੈ ਨਾ। ਤੇ ਇਹਦੇ ਵੀ ਸਿੱਟੇ ਨਿਕਲਣਗੇ, ਸਭ ਕੁਝ ਸਾਹਮਣੇ ਆਊਗਾ। ਪਰ ਮੈਂ ਨਾ ਤਾਂ ਉੱਥੇ ਹਿੰਸਾ 'ਚ ਮੌਜੂਦ ਸੀ, ਪਹੁੰਚਿਆ ਵੀ ਉੱਥੇ 2 ਵਜੇ, ਉਹ ਗੱਲਾਂ ਸਾਰੀਆਂ ਸਾਹਮਣੇ ਆ ਗਈਆਂ। ਪਰ ਅੱਜ ਜਿਵੇਂ ਮੈਂ ਕਿਹਾ ਵੀ ਸਾਡੇ ਕੋਲੇ ਹੁਣ ਇੱਕ ਬਹੁਤ ਵੱਡਾ ਸਵਾਲ ਆ ਤੇ ਸਾਡਾ ਇਤਿਹਾਸਿਕ ਸੰਘਰਸ਼ ਆ, ਸੰਘਰਸ਼ ਦੀ ਗਲੋਬਲ ਇੰਪੋਰਟੈਂਸ ਆ। ਮੈਂ ਇਸ ਕਰਕੇ ਬੋਲੀ ਜਾ ਰਿਹਾ ਕਿਉਂਕਿ ਇਹੀ ਸਵਾਲ ਜਿਹੜੇ ਮੈਨੂੰ ਵੀ ਕਈ ਵਾਰੀ ਤੰਗ ਕਰਦੇ ਆ ਤੇ ਹੋਰਾਂ ਨੂੰ ਵੀ ਕਰਦੇ ਹੋਣਗੇ, ਉਹਦੀ ਇੱਕ ਗਲੋਬਲ ਇੰਪੋਰਟੈਂਸ ਆ। ਬਾਈ ਜਦੋਂ ਤੁਸੀਂ ਇਹੋ ਜਿਹਾ ਸੰਘਰਸ਼ ਲੜ ਰਹੇ ਹੋ ਨਾ, ਇੱਕ ਗੱਲ ਯਾਦ ਰੱਖਣੀ ਤੇ ਇਹ ਲਿਖ ਲੈਣੀ ਚਾਹੀਦੀ ਆ ਹਰ ਬੰਦੇ ਨੂੰ ਵੀ ਸਰਕਾਰ ਨੇ ਕਦੇ ਵੀ ਤੁਹਾਨੂੰ ਸਿੱਧੀ ਜਿੱਤ ਨਹੀਂ ਦੇਣੀ। ਸਰਕਾਰ ਸਿੱਧੀ ਜਿੱਤ ਦੇ ਹੀ ਨਹੀਂ ਸਕਦੀ। ਉਹਦੀ ਸਰਕਾਰ ਦੀ ਆਪਦੀ ਜਿਹੜੀ ਇੱਕ ਤੁਸੀਂ ਇਹ ਕਹਿ ਲਓ ਉੱਥੇ ਆਈਡੈਂਟਿਟੀ ਆ, ਜਾਂ ਉਹਨਾਂ ਨੇ ਆਪਦੇ ਪੈਰ ਜਿਹੜੇ ਲਾਏ ਆ ਉਹ ਉਖੜ ਜਾਣਗੇ। ਅਸੀਂ ਆਪਦੀ ਜਿੱਤ ਕ੍ਰੀਏਟ ਕਰਨੀ ਹੁੰਦੀ ਆ, ਸੰਘਰਸ਼ੀ ਬੰਦਿਆਂ ਨੇ ਆਪਦੀ ਜਿੱਤ ਕ੍ਰੀਏਟ ਕਰਨੀ ਹੁੰਦੀ ਆ। ਉਹ ਸਰਕਮਸਟੈਂਸਸ ਪੈਦਾ ਕਰਨੇ ਹੁੰਦੇ ਆ ਜਿੱਥੇ ਸਾਡੀ ਜਿੱਤ ਕ੍ਰੀਏਟ ਹੋਵੇ, ਜਿਹਦੇ ਚੋਂ ਹੁਣ ਜਦੋਂ ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦਿੰਦਾ। ਇੱਕ ਵਾਰੀ ਕੀ ਹੋਇਆ, ਅਮਰਨਾਥ ਯਾਤਰਾ ਜਿਹੜੀ ਹੁੰਦੀ ਆ ਉਹਦੇ ਟਰਸਟ ਨੂੰ ਕਸ਼ਮੀਰ 'ਚ ਜ਼ਮੀਨ ਅਲਾਟ ਕਰਤੀ ਸਰਕਾਰ ਨੇ। ਜਿਹੜੇ ਕਸ਼ਮੀਰੀ ਲੋਕ ਸੀ ਉਹਨਾਂ ਨੇ ਇਸ ਗੱਲ ਤੇ ਮੋਰਚਾ ਵਿੱਢ ਲਿਆ ਵੀ ਤੁਸੀਂ ਇਸ ਕਸ਼ਮੀਰ ਆ ਜਿਹੜਾ ਇੱਕ ਸਪੈਸ਼ਲ, ਉਦੋਂ ਤਾਂ 370 ਉੱਥੇ ਲਾਗੂ ਸੀ ਵੀ ਸਪੈਸ਼ਲ ਸਟੇਟਸ ਮਿਲਿਆ ਹੋਇਆ ਸਾਨੂੰ, ਤੁਸੀਂ ਟਰਸਟ ਨੂੰ ਜ਼ਮੀਨ ਅਲਾਟ ਕਰੋਗੇ ਜਿਹੜੀ ਸਾਡੇ ਇੱਥੇ ਸਾਡੇ ਉਹਨਾਂ ਦੇ ਕਿਸਾਨੀ ਆ ਜਿਹੜੀ ਉਹਨਾਂ ਦੀ ਜ਼ਮੀਨ ਆ। ਤੇ ਮੋਰਚਾ ਵਿੱਢ ਲਿਆ ਉੱਥੋਂ ਦੇ ਕਿਸਾਨਾਂ ਨੇ, ਉੱਥੋਂ ਦੇ ਲੋਕਾਂ ਨੇ। ਸਰਕਾਰ ਨੇ ਉਹਨਾਂ ਨਾਲ ਸਮਝੌਤਾ ਕੀਤਾ ਇਹ ਗੱਲ ਤੇ ਵੀ ਚਲੋ ਠੀਕ ਆ ਅਸੀਂ ਅਲਾਟਮੈਂਟ ਨਹੀਂ ਕਰਦੇ, ਪਰ ਇਹਨੂੰ ਤੁਹਾਨੂੰ ਵਾਪਸ ਕਿਵੇਂ ਦੇਣੀ ਹੈ ਇਹਦਾ ਰਾਹ ਲੱਭ ਲੈਂਦੇ ਆ, ਤੁਸੀਂ ਸਾਡਾ ਅਲਾਟਮੈਂਟ ਰੱਦ ਨਾ ਕਰਾਓ। ਮਤਲਬ ਗੱਲ ਅਸੀਂ ਤੁਹਾਡੀ ਜ਼ਮੀਨ ਵਾਪਸ ਦੇ ਦਿੰਦੇ ਆ ਪਰ ਸਾਡੀ ਅਲਾਟਮੈਂਟ ਰੱਦ ਨਾ ਕਰਾਓ, ਸਾਡਾ ਮੂੰਹ ਸਿਰ ਜਮਾਂ ਹੀ ਖਤਮ ਹੋ ਜਾਊਗਾ, ਸਾਡੇ ਪੱਲੇ ਕੁਛ ਨਹੀਂ ਰਹਿਣਾ। ਇਹ ਗੱਲ ਲੋਕਾਂ ਨੇ ਮੰਨੀ। ਲੋਕ ਕਹਿੰਦੇ ਠੀਕ ਆ, ਸਾਡਾ ਤਾਂ ਸਾਡੀ ਜ਼ਮੀਨ ਨਾਲ ਮਤਲਬ ਆ, ਜ਼ਮੀਨ ਵਾਪਸ ਦਿਓ, ਤੁਸੀਂ ਜੋ ਮਰਜ਼ੀ ਅਲਾਟਮੈਂਟ ਰੱਦ ਨਾ ਕਰੋ ਨਾ ਕਰੋ। ਸਰਕਾਰ ਨੇ ਕਿਸੇ ਢੰਗ ਨਾਲ ਉਹਨਾਂ ਨੂੰ ਗਾਂ ਉਹ ਅਲਾਟਮੈਂਟ ਦੇ ਬਾਅਦ ਸਟੇਟ ਲੈਵਲ ਤੇ ਕਾਨੂੰਨ ਬਣਾ ਕੇ ਜ਼ਮੀਨ ਵਾਪਸ ਦਿੱਤੀ। ਉਹ ਅਲਾਟਮੈਂਟ ਹੋਣ ਦੇ ਬਾਵਜੂਦ ਵੀ ਉਹ ਇਹ ਇੱਕ ਢੰਗ ਲੱਭਿਆ ਸਰਕਾਰ ਨੇ ਵੀ ਸਰਕਾਰ ਦੀ ਰਹਿ ਗਈ ਤੇ ਲੋਕਾਂ ਦਾ ਕੰਮ ਹੋ ਗਿਆ। ਲੋਕਾਂ ਨੂੰ ਇਹ ਲੱਗਿਆ ਅਸੀਂ ਜਿੱਤ ਗਏ ਤੇ ਉਦੋਂ ਬਾਅਦ ਕਸ਼ਮੀਰ 'ਚ ਜਦੋਂ ਵੀ ਕਿਤੇ ਕੋਈ ਮੋਰਚਾ ਵਿੱਢਦੇ ਸੀ, ਜੇ ਉਸ ਵੇਲੇ 10,000 ਬੰਦੇ ਸੀ ਤਾਂ 10 ਲੱਖ ਖੜੇ ਹੋਣ ਲੱਗ ਗਏ ਕਿਉਂਕਿ ਸੈਂਸ ਆਫ ਵਿਕਟਰੀ ਮਿਲ ਗਈ ਉਹਨਾਂ ਨੂੰ। ਅੱਜ ਸਾਨੂੰ ਵੀ ਸੈਂਸ ਆਫ ਵਿਕਟਰੀ ਚਾਹੀਦੀ ਆ। ਜੇ ਸਾਨੂੰ ਸੈਂਸ ਆਫ ਵਿਕਟਰੀ ਨਾ ਮਿਲੇ ਨਾ ਬਾਈ, ਜੇ ਸਾਨੂੰ ਨਹੀਂ ਮਿਲੀ ਤਾਂ ਅਗਲੀ ਵਾਰ ਲੋਕਾਂ ਨੇ ਖੜੇ ਨਹੀਂ ਹੋਣਾ। ਇਹ ਲੀਡਰਸ਼ਿਪ ਦੀ ਰਿਸਪੌਂਸਿਬਿਲਿਟੀ ਆ। ਸੋ ਇਸੇ ਕਰਕੇ ਬਾਹਲੀਆਂ ਗੱਲਾਂ ਆਪਾਂ ਮੀਡੀਆ ਦੇ ਥਰੂ ਪਬਲਿਕਲੀ ਨਹੀਂ ਕਰ ਸਕਦੇ। ਲੀਡਰਸ਼ਿਪ ਨੂੰ ਚਾਹੀਦਾ ਅਸੀਂ ਹਜੇ ਵੀ ਇਕੱਠੇ ਬੈਠੀਏ, ਇਕੱਠੇ ਬੈਠ ਕੇ ਕੋਈ ਵਿਉਂਤਬੰਦੀ ਆਪਦੀ ਬਣਾਈਏ, ਸਟ੍ਰੈਟਜੀ ਬਣਾਈਏ। ਲੋਕਾਂ ਨੂੰ ਸੈਂਸ ਆਫ ਵਿਕਟਰੀ ਕਿਵੇਂ ਦੇਣੀ ਆ, ਉੱਥੋਂ ਢੋਲ ਵਜਾਉਂਦੇ ਹੋਏ ਭੰਗੜੇ ਪਾਉਂਦੇ ਹੋਏ ਕਿਵੇਂ ਵਾਪਸ ਲੈ ਕੇ ਆਉਣੇ ਆ, ਇਹ ਗੱਲ ਨੂੰ ਵਿਚਾਰੀਏ ਤੇ ਸਾਡਾ ਕੰਮ ਵੀ ਹੋ ਜੇ, ਸਾਨੂੰ ਜਿੱਤ ਵੀ ਮਿਲੇ ਤੇ ਚੜ੍ਹਦੀ ਕਲਾ 'ਚ ਵਾਪਸ ਆਈਏ। ਇਹ ਬਹੁਤ ਲਾਜ਼ਮੀ ਆ ਤੇ ਜ਼ਰੂਰੀ ਆ ਇਸ ਟਾਈਮ ਪੰਜਾਬ ਖਾਤਰ। ਦੀਪ ਸਿੱਧੂ ਹਮੇਸ਼ਾ ਕਹਿੰਦਾ ਵੀ ਏਕਾ ਰੱਖਣਾ ਚਾਹੀਦਾ, ਪਰ ਕਿਸਾਨ ਆਗੂਆਂ ਦੀ ਜੇ ਗੱਲ ਕਰੀਏ ਤਾਂ ਪਿੱਛੇ ਜੇ ਅਗਰਾਹਾਂ ਸਾਹਿਬ ਸਪੀਚ ਕਰਦੇ ਨੇ, ਇੱਕ ਵੱਡੀ ਜਥੇਬੰਦੀ ਆ ਜਿਹਨੂੰ ਪੰਜਾਬ ਦੇ ਵਿੱਚ ਇੱਕ ਮਿੰਨੀ ਪਾਰਲੀਮੈਂਟ, ਛੋਟਾ ਮੁੱਖ ਮੰਤਰੀ ਵੀ ਮੰਨਿਆ ਜਾਂਦਾ ਗਾ ਪੰਜਾਬ ਦੇ ਵਿੱਚ ਵੀ ਐਡਾ ਵੱਡਾ ਉਹਨਾਂ ਕੋਲ ਕੇਡਰ ਆ,
ਪਰ ਉਹ ਫੇਰ ਵੀ ਸਟੇਜਾਂ ਦੇ ਉੱਪਰੋਂ ਇਦਾਂ ਦੇ ਬਖਰੇਵੇਂ ਵਾਲੀਆਂ ਗੱਲਾਂ ਕਿਉਂ ਕਰ ਜਾਂਦੇ ਨੇ? ਕੀ ਕਾਰਨ ਆ ਬਈ? ਬਈ ਕਈ ਵਾਰੀ ਜਦੋਂ ਦੇਖੋ, ਮੈਂ ਇੱਕ ਗੱਲ ਤਾਂ ਇਹ ਮੰਨਦਾ ਵੀ ਜਿਹੜੇ ਉਖਰਾਹਾਂ ਸਾਹਿਬ ਆ ਨਾ, ਉਹ ਜੇ ਏਡਾ ਵੱਡਾ ਕੈਡਰ ਆ ਉਹਨਾਂ ਕੋਲੇ, ਇੰਨੇ ਲੋਕ ਆ ਉਹਨਾਂ ਕੋਲੇ, ਕੁਛ ਨਾ ਕੁਛ ਤਾਂ ਉਹਨਾਂ ਕੋਲੇ ਵੀ ਗੁਣ ਹੋਊਗਾ ਹੀ, ਹਨਾ। ਤੇ ਇੱਕ ਉਹ ਇਮਾਨਦਾਰ ਬੰਦੇ ਵੀ ਆ, ਇਹ ਵੀ ਗੱਲ ਨਹੀਂ ਵੀ ਉਹਨਾਂ 'ਚ ਕੋਈ ਬੇਈਮਾਨੀ ਹੋਵੇ। ਪਰ ਕੁਛ ਜਿਹੜੀਆਂ ਸਾਡੇ 'ਚ ਘਾਟਾਂ ਹੁੰਦੀਆਂ ਉਹ ਸਾਨੂੰ ਇਹ ਵੀ ਮੰਨ ਲੈਣੀਆਂ ਚਾਹੀਦੀਆਂ। ਉਹ ਇਹ ਆ ਵੀ ਜਦੋਂ ਤੁਹਾਡੇ ਕੋਲੇ ਇੰਨਾ ਵੱਡਾ ਕਾਡਰ ਹੋਵੇ, ਤੁਹਾਡੇ ਕੋਲੇ ਸਪੋਰਟ ਹੋਵੇ, ਤੁਹਾਡੇ 'ਚ ਕਈ ਵਾਰੀ ਐਰੋਗੈਂਸ ਆ ਜਾਂਦੀ ਆ, ਹਨਾ, ਤੁਹਾਡੇ 'ਚ ਹੰਕਾਰ ਵੀ ਆ ਜਾਂਦਾ। ਔਰ ਇਹ ਜ਼ਰੂਰੀ ਨਹੀਂ, ਇਹਦਾ ਉਮਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਉਹ ਕਈ ਵਾਰੀ ਉਹ ਹੰਕਾਰ 30-35 ਸਾਲ ਦੇ ਬੰਦੇ 'ਚ ਨਹੀਂ ਹੋ ਸਕਦਾ ਤੇ 60 ਸਾਲਾਂ ਦੇ ਬੰਦਿਆਂ 'ਚ ਹੋ ਸਕਦਾ, ਹਨਾ। ਇਹ ਉਲਟ ਵੀ ਹੋ ਜਾਂਦੀ ਆ ਗੱਲ, ਕਿਉਂਕਿ ਉਸ ਵੇਲੇ ਜਾ ਕੇ ਤੁਹਾਨੂੰ ਐਡਾ ਲਾਮਬੰਦ ਕਰ ਸਕਦੇ ਆ ਤੁਸੀਂ ਲੋਕ, ਤੁਹਾਡੇ ਇੱਕ ਗੱਲ ਤੇ 10 ਲੱਖ ਲੋਕ ਖੜੇ ਆ ਪਿੱਛੇ, ਤੇ ਇਹ ਆਪਦੇ ਆਪ 'ਚ ਵੀ ਇੱਕ ਤੁਹਾਨੂੰ ਨਸ਼ਾ ਦਿੰਦੀ ਹੈ ਗੱਲ, ਹਨਾ। ਸੋ ਹੁਣ ਜੇ ਐਰੋਗੈਂਸ ਕਿਸੇ ਲੈਵਲ ਤੇ ਆ ਗਈ ਤਾਂ ਮੈਨੂੰ ਇਹ ਲੱਗਦਾ ਵੀ ਇਸ ਸੰਘਰਸ਼ 'ਚ ਕਿਸੇ ਵੀ ਬੰਦੇ 'ਚ ਨਾ ਤਾਂ ਕੋਈ ਐਰੋਗੈਂਸ, ਜਿਹੜਾ ਆਪਾਂ ਕਹਿੰਦੇ ਆ ਹੰਕਾਰ, ਉਹਦੀ ਸਪੇਸ ਆ, ਨਾ ਇਨਸਿਕਿਉਰਿਟੀ ਇੱਕ ਦੂਜੇ ਤੋਂ ਰੱਖਣੀ ਉਹਦੀ ਸਪੇਸ ਆ, ਨਾ ਅਸੀਂ ਇੱਕ ਦੂਜੇ ਦੇ ਖਿਲਾਫ ਪੋਜੀਸ਼ਨਾਂ ਲਈਏ ਉਹਦੀ ਸਪੇਸ ਆ। ਸਾਨੂੰ ਏਕਾ ਰੱਖਣਾ ਹੀ ਪਊਗਾ, ਉਸੇ 'ਚ ਹੀ ਬਰਕਤ ਆ ਤੇ ਉਸੇ 'ਚ ਹੀ ਸਾਡੀ ਜਿੱਤ ਆ। ਜੇ ਅਸੀਂ ਏਕਾ ਤੋੜਦੇ ਆ ਫਿਰ ਤਾਂ ਸਰਕਾਰ ਸਾਡੇ ਤੋਂ ਕਾਮਯਾਬ ਹੋਊਗੀ, ਉਹਨਾਂ ਦਾ ਪਲੜਾ ਭਾਰੀ ਹੋਊਗਾ। ਸਰਕਾਰ ਇਸ ਲੜਾਈ 'ਚ, ਇਸ ਮੈਦਾਨ 'ਚ ਸਾਡੇ ਤੋਂ ਜ਼ਿਆਦਾ ਵੱਡੇ ਸਾਡੇ ਤੇ ਹਮਲੇ ਕਰ ਜੂਗੀ, ਫਿਰ ਸਾਡੇ ਪੱਲੇ ਹੱਥ ਪੱਲੇ ਕੁਛ ਨਹੀਂ ਪੈਣਾ। ਬਈ ਜੀ ਗੱਲ ਕਰੀਏ ਤਾਂ ਜਿਵੇਂ ਹੁਣ ਤੁਸੀਂ ਕਿਹਾ ਵੀ ਸਾਡੇ ਹੱਥ ਪੱਲੇ ਕੁਛ ਨਹੀਂ ਪੈਣਾ, ਸਰਕਾਰ ਸਾਡੇ ਤੇ ਹਮਲੇ ਕਰ ਜੂ, ਇਸ ਤੋਂ ਵੱਡੇ ਹਮਲੇ ਕੀ ਕਰ ਸਕਦੀ ਹੈ ਫਿਰ ਹੁਣ? ਨਹੀਂ, ਹਮਲਾ ਕੀ ਹੁੰਦਾ ਤੁਹਾਡੇ ਤੇ? ਅੱਜ ਉਹ ਪਾਲਿਸੀ ਮੇਕਿੰਗ 'ਚ ਹੀ ਹਮਲਾ ਕਰ ਰਹੇ ਆ ਨਾ, ਸਾਡੇ ਤੇ ਕੋਈ ਫਿਜ਼ੀਕਲ ਹਮਲਾ ਤਾਂ ਨਹੀਂ ਕਰ ਰਹੇ। ਉਹਨਾਂ ਦੀਆਂ ਪਾਲਿਸੀਜ਼ ਆ ਜਿਹੜੀਆਂ, ਅਸੀਂ ਉਹਦੇ ਖਿਲਾਫ ਹੀ ਲੜ ਰਹੇ ਆ ਨਾ। ਤੁਸੀਂ ਇਹ ਦੇਖੋ, ਇਹ ਦੇਸ਼ ਆ ਜਿਹੜਾ, ਇਹਦੇ 'ਚ ਇੰਨੀ ਵਿਆਪਕਤਾ, ਜਿਹਨੂੰ ਡਾਇਵਰਸਿਟੀ ਕਹਿੰਦੇ ਆ, ਵੱਖ-ਵੱਖ ਤਰ੍ਹਾਂ ਦੇ ਕਲਚਰ ਆ, ਵੱਖ-ਵੱਖ ਤਰ੍ਹਾਂ ਦੇ ਫੇਥ ਆ। ਇਸ ਡਾਇਵਰਸਿਟੀ 'ਚ, ਏਡੀ ਡਾਇਵਰਸ ਕੰਟਰੀ 'ਚ ਇੱਕ ਸੈਂਟਰਲਾਈਜ਼ ਪਾਲਿਸੀ ਹੋਣੀ ਚਾਹੀਦੀ ਆ। ਇਹ ਤਾਂ ਆਪਦੇ ਆਪ 'ਚ ਹੀ ਕੌਨਫਲਿਕਟਿੰਗ ਗੱਲ ਆ। ਤੁਸੀਂ ਇਹ ਦੇਖੋ, ਪੰਜਾਬ ਵੱਖਰਾ, ਮਹਾਰਾਸ਼ਟਰ ਵੱਖਰਾ, ਹਰਿਆਣਾ ਵੱਖਰਾ, ਯੂਪੀ ਵੱਖਰਾ, ਐਮਪੀ ਵੱਖਰਾ, ਇੱਧਰ ਹਿਮਾਚਲ ਵੱਖਰੇ ਲੋਕ ਆ, ਕਸ਼ਮੀਰ 'ਚ ਵੱਖਰੇ ਲੋਕ ਆ। ਉੱਥੇ ਇੱਕ ਸੈਂਟਰਲਾਈਜ਼ ਪਾਲਿਸੀ ਚੱਲੂਗੀ? ਕਿਤੇ ਨਾ ਕਿਤੇ ਲੋਕ ਕਲਚਰਲੀ ਵੀ ਆਪਦੇ ਆਪ ਨੂੰ ਥ੍ਰੈਟਨਡ ਫੀਲ ਕਰਨਗੇ, ਹਨਾ। ਉਹਨਾਂ ਨੂੰ ਐਂ ਲੱਗੂ ਵੀ ਸਾਨੂੰ ਤਾਂ ਸਾਡੀ ਕਲਚਰਲ ਐਗਜ਼ਿਸਟੈਂਸ ਖਤਮ ਹੋ ਜੂ, ਹਨਾ। ਵੀ ਸਾਡੇ ਜੋ ਸਦੀਆਂ ਤੋਂ ਇੱਕ ਪ੍ਰੋਸੈਸ ਆਫ ਐਵੋਲਿਊਸ਼ਨ 'ਚ ਇੱਕ ਸਿਵਲਾਈਜੇਸ਼ਨ ਪੈਦਾ ਹੋਈ ਆ, ਤੁਸੀਂ ਵੇਖ ਲਓ ਹਰਿਆਣੇ 'ਚ ਹੀ ਜਾ ਕੇ ਵੇਖ ਲਓ, ਆਪਣੇ ਨਾਲੋਂ ਵੱਖਰੀ ਸਿਵਲਾਈਜੇਸ਼ਨ ਆ, ਹਾਲਾਂਕਿ ਉਹ ਪੰਜਾਬ ਦਾ ਪਾਰਟ ਹੁੰਦਾ ਸੀ। ਤਾਂ ਉਹਨਾਂ ਦੇ ਕੁਛ ਜਿਹੜੇ ਪਿੰਡਾਂ 'ਚ ਜੋ ਗੱਲਾਂ ਹੁੰਦੀਆਂ ਜਿਵੇਂ ਆਪਣੇ ਹੁੰਦੀਆਂ, ਉਹਦੇ 'ਚ ਵੀ ਵਖਰੇਵੇਂ ਆ। ਉਹਨਾਂ ਦੀ ਆਪਦੀ ਬਿਊਟੀ ਆ, ਆਪਣੀ ਆਪਦੀ ਬਿਊਟੀ ਆ। ਸੋ ਸਰਕਾਰ ਜਿਹੜੀ ਹਮਲੇ ਕਰਦੀ ਹੈ ਨਾ, ਉਹ ਦਿੱਲੀ ਸਰਕਾਰ, ਉਹ ਸੈਂਟਰਲਾਈਜ਼ ਪਾਲਿਸੀਜ਼, ਇੱਕੋ ਹੀ ਤਰ੍ਹਾਂ ਦੀ ਪਾਲਿਸੀ ਸਾਰੇ ਦੇਸ਼ ਤੇ ਘੜ ਕੇ ਤੇ ਸਾਨੂੰ ਇਹ ਫੀਲ ਕਰਾਉਂਦੀ ਹੈ ਵੀ ਤੁਸੀਂ ਕਲਚਰਲੀ ਤੁਸੀਂ ਜਿੰਨਾ ਮਰਜ਼ੀ ਰਿਚ ਹੋ, ਸਾਨੂੰ ਕੋਈ ਮਤਲਬ ਨਹੀਂ, ਇਹ ਇੱਕ ਦਿਨ ਇਹਨੇ ਇੱਕੋ ਜਿਹਾ ਹੋ ਜਾਣਾ, ਖਤਮ ਹੋ ਜਾਣਾ। ਇਸ ਕਰਕੇ ਜਿਹੜੇ ਬੰਦੇ ਮਾੜੇ ਮੋਟੇ ਜਾਗਰੂਕ ਆ, ਜਾਗਰਤ ਜ਼ਮੀਰਾਂ ਵਾਲੇ ਆ, ਉਹ ਫਿਰ ਇਹਦੇ ਖਿਲਾਫ ਆਵਾਜ਼ ਉਠਾਉਂਦੇ ਆ ਵੀ ਤੁਸੀਂ ਸੈਂਟਰਲਾਈਜ਼ ਪਾਲਿਸੀ ਨਾ ਕਰੋ। ਜੇ ਐਗਰੀਕਲਚਰ ਸਟੇਟ ਸਬਜੈਕਟ ਆ ਤਾਂ ਕੁਝ ਸੋਚ ਕੇ ਹੀ ਕਨਸਟੀਟਿਊਸ਼ਨ ਦੇ ਜਿਹੜੇ ਮੇਕਰਸ ਸੀ, ਜਿਨ੍ਹਾਂ ਨੇ ਬਣਾਈ ਆ ਇੰਡੀਅਨ ਕਨਸਟੀਟਿਊਸ਼ਨ, ਹਨਾ, ਉਹਨਾਂ ਨੇ ਸਟੇਟ ਸਬਜੈਕਟ ਕੋਈ ਸੋਚ ਕੇ ਹੀ ਰੱਖਿਆ ਹੋਊ ਨਾ ਇਹਨੂੰ, ਹਨਾ। ਇਸ ਕਰਕੇ ਸਟੇਟ ਸਬਜੈਕਟ ਤੇ ਤੁਸੀਂ ਪਾਲਿਸੀਜ਼ ਨਾ ਬਣਾਓ, ਤੇ ਇਹ ਸਾਡੇ ਤੇ ਸਿੱਧਾ ਹਮਲਾ, ਸਾਡੀ ਹੋਂਦ ਤੇ ਹਮਲਾ, ਸਾਡੀ ਹਸਤੀ ਤੇ ਹਮਲਾ, ਸਾਡੇ ਕਲਚਰ ਤੇ ਹਮਲਾ, ਸਾਡੇ ਫਲਸਫਿਆਂ ਤੇ ਹਮਲਾ, ਤੇ ਤਾਂ ਹੀ ਤਾਂ ਏਡੀ ਵੱਡੀ ਲਾਮਬੰਦੀ ਹੋ ਗਈ। ਬਈ ਜੇ ਗੱਲ ਕਰੀਏ ਤਾਂ ਹੋਂਦ ਦੀ ਗੱਲ ਕਰੀਏ ਹੁਣ, ਫੇਰ ਤੁਸੀਂ ਹੋਂਦ ਨੂੰ ਲੈ ਕੇ ਸਰਕਾਰਾਂ ਵੀ ਚਿੜ ਜਾਂਦੀਆਂ ਨੇ ਤੇ ਸਾਡੇ ਆਪਣੇ ਵੀ ਚਿੜ ਜਾਂਦੇ ਨੇ ਵੀ ਸਾਡਾ ਤਾਂ ਨਿਸ਼ਾਨਾ ਹੀ ਇੱਕ ਆ ਵੀ 3 ਕਾਲੇ ਕਾਨੂੰਨ ਆ ਜਿਹੜੇ ਉਹ ਰੱਦ ਕਰਾਉਣੇ ਆ, ਪਰ ਦੀਪ ਸਿੱਧੂ ਤਾਂ ਹੋਂਦ ਦੀ ਗੱਲ ਕਰ ਜਾਂਦਾ, ਤਾਂ ਕਰਕੇ ਸਾਨੂੰ ਉਹ ਪਸੰਦ ਨਹੀਂ ਹੈਗਾ। ਵਿੱਚ ਲੋਕ ਇਹ ਕਰ ਜਾਂਦੇ ਨੇ, ਫਿਰ ਉਹਨਾਂ ਨੂੰ ਕੀ ਕਹੀਏ ਹੁਣ? ਦੇਖੋ ਬਾਈ, ਉਹ ਬੰਦਿਆਂ ਨੂੰ ਮੈਂ ਇਹ ਕਹਿਣਾ ਵੀ ਹਜੇ ਪੂਰੀ ਸਮਝ ਹੀ ਨਹੀਂ ਲੱਗੀ ਗੱਲ ਦੀ। 3 ਕਾਲੇ ਕਾਨੂੰਨ ਕਿਉਂ ਕਹਿ ਰਹੇ ਆ ਆਪਾਂ? ਕਾਲੇ ਕਾਨੂੰਨ ਹੈ ਤਾਂ ਕਾਨੂੰਨ ਪਾਲਿਸੀ ਨਾ, ਜੇ ਰੱਦ ਨਹੀਂ ਹੋਊ ਕੀ ਹੋ ਜਾਊਗਾ? ਰਿਫਾਰਮਸ ਆ ਨਾ, ਇਹ ਤਾਂ ਸਰਕਾਰ ਤਾਂ ਇਹ ਕਹਿ ਰਹੀ ਆ ਅਸੀਂ ਤਾਂ ਰਿਫਾਰਮਸ ਲੈ ਕੇ ਆਏ ਆ। ਕਾਲੇ ਕਾਨੂੰਨ
ਉਸ ਕਿੱਤੇ ਨਾਲ ਸੰਬੰਧ ਰੱਖਦੇ ਆ ਜਿਹੜਾ ਕਿੱਤਾ ਧਰਤੀ ਨਾਲ ਜੁੜਿਆ ਹੋਇਆ, ਜਿੱਥੋਂ ਤੁਹਾਡਾ ਸੱਭਿਆਚਾਰ ਪੈਦਾ ਹੁੰਦਾ, ਜਿਹਦੇ ਨਾਲ ਤੁਹਾਡੇ ਫਲਸਫੇ ਜੁੜਦੇ ਆ, ਜਿਹਦੇ ਨਾਲ ਤੁਹਾਡਾ ਇੱਥੋਂ ਫੇਥ ਜੁੜਦਾ। ਫੇਥ ਕੱਲਾ ਸਿੱਖ ਫੇਥ ਨਹੀਂ ਆ, ਇੱਥੇ ਹਿੰਦੂ ਵੀ ਵਸਦੇ ਆ, ਇੱਥੇ ਮੁਸਲਮਾਨ ਵੀ ਵਸਦੇ ਆ, ਈਸਾਈ ਵੀ ਵਸਦੇ ਆ, ਇੱਥੇ ਹੋਰ ਵੀ ਬੜੀਆਂ ਜਿਹੜੀਆਂ ਤਰ੍ਹਾਂ ਦੀਆਂ ਇਹ ਕਹਿ ਲਓ ਵੀ ਜਿਹੜੇ ਫੇਥ ਆ ਉਹ ਵਸਦੇ ਆ। ਉਹ ਇਸ ਧਰਤੀ ਦੇ ਨਾਲ ਜੁੜ ਕੇ ਉਹਨਾਂ ਦਾ ਇੱਕ ਐਵੋਲਿਊਸ਼ਨ ਆ। ਐਵੋਲਿਊਸ਼ਨ ਸਮਝਦੇ ਹੋ ਕੀ ਹੁੰਦਾ? ਵਿਕਸਿਤ ਹੋਏ ਆ ਹੌਲੀ ਹੌਲੀ ਧਰਤੀ ਦੇ ਨਾਲ ਜੁੜੇ ਹੋਏ। ਇਹ ਜਿਹੜਾ ਕਲਚਰ ਆ ਜਾਂ ਕਿਸੇ ਜਗ੍ਹਾ ਦੀ ਸਿਵਲਾਈਜੇਸ਼ਨ ਆ, ਸੱਭਿਅਤਾ, ਉਹ ਧਰਤੀ ਦੇ ਨਾਲ ਤੋਂ ਹੀ ਵਿਕਸਿਤ ਹੁੰਦੀ ਆ, ਕਿਉਂਕਿ ਉੱਥੋਂ ਦਾ ਦਾਣਾ ਪਾਣੀ, ਉੱਥੋਂ ਦਾ ਆਬੋ ਹਵਾ, ਇਹ ਸਾਰਾ ਧਰਤੀ ਨਾਲ ਜੁੜੀ ਹੋਈ ਗੱਲ ਆ। ਜਿਹੜਾ ਕਿੱਤਾ ਅੱਜ ਜਿਹਦੇ ਕਾਨੂੰਨ ਬਣੇ ਆ ਉਹ ਧਰਤੀ ਨਾਲ ਜੁੜਿਆ ਹੋਇਆ, ਤਾਂ ਇਹ ਸਭ ਕੁਝ ਇਫੈਕਟ ਹੋਊਗਾ, ਇਹ ਸਭ ਕੁਝ ਤੇ ਮਾੜੇ ਪ੍ਰਭਾਵ ਪੈਣਗੇ ਹੀ ਪੈਣਗੇ। ਤੇ ਇਹਦੀ ਪ੍ਰਤੱਖ ਐਗਜ਼ਾਮਪਲ ਸਾਨੂੰ ਵੈਸਟਰਨ ਕੰਟਰੀਜ਼ ਚੋਂ ਮਿਲ ਚੁੱਕੀ ਆ। ਵੈਸਟਰਨ ਕੰਟਰੀਜ਼ ਕੋਲੇ ਅੱਜ ਕਿਸੇ ਕੋਲੇ ਵੀ ਆਪਦਾ ਕਲਚਰ ਨਹੀਂ ਰਿਹਾ, ਉਹਨਾਂ ਦੇ ਪਿੰਡ ਉੱਜੜ ਗਏ। ਔਰ ਜਿੱਥੇ ਜਿੱਥੇ ਕੈਪੀਟਲਿਜ਼ਮ ਆਉਂਦਾ ਨਾ, ਕੈਪੀਟਲਿਸਟਿਕ ਸੁਸਾਇਟੀ, ਇਹਨੂੰ ਕੈਪੀਟਲਿਜ਼ਮ ਕਹਿੰਦੇ ਆ, ਜਿੱਥੇ ਜਿੱਥੇ ਆਉਂਦਾ ਇਹ, ਉੱਥੇ ਤੁਹਾਡੇ ਫੈਮਿਲੀ ਇੰਸਟੀਟਿਊਸ਼ਨ, ਤੁਹਾਡੇ ਰਿਲੀਜੀਅਸ ਇੰਸਟੀਟਿਊਸ਼ਨਸ, ਤੁਹਾਡੇ ਕਲਚਰਲ ਇੰਸਟੀਟਿਊਸ਼ਨਸ, ਤੁਹਾਡੀ ਸਿਵਲ ਸੁਸਾਇਟੀ ਉਹਨੂੰ ਖਤਮ ਕਰ ਦਿੰਦਾ। ਤੁਸੀਂ ਵੇਖ ਲਓ ਹੌਲੀ ਹੌਲੀ ਅੱਜ ਹੀ ਆਪਾਂ ਕਹਿੰਦੇ ਆ ਵੀ ਯਾਰ ਪਰਿਵਾਰ ਇਕੱਠੇ ਰਹਿੰਦੇ ਸੀ, ਉਹ ਨਹੀਂ ਰਹੇ। ਇਸ ਤੋਂ ਬਾਅਦ ਤਾਂ ਹੋਰ ਵੀ ਬੁਰਾ ਹਾਲ ਹੋ ਜਾਣਾ ਜੇ ਅਸੀਂ ਨਾ ਇਹਦੇ ਖਿਲਾਫ ਪੋਜੀਸ਼ਨ ਲਈ ਤਾਂ ਇਸ ਕਰਕੇ ਸਾਡੀ ਹੋਂਦ ਦਾ ਮਸਲਾ ਬਣਿਆ ਹੋਇਆ। ਹੋਂਦ ਇਹ ਨਹੀਂ ਆ ਵੀ ਸਾਨੂੰ ਜਮਾਂ ਹੀ ਮਾਰ ਦੇਣਗੇ, ਪਰ ਸਾਨੂੰ ਆਪਦੀ ਆਈਡੈਂਟਿਟੀ ਤੋਂ ਦੂਰ ਕਰ ਦੇਣਗੇ। ਜਿਹੜੇ ਪਿੰਡਾਂ 'ਚ ਆਪਾਂ ਆਮ ਤੌਰ ਤੇ ਸੁਣਦੇ ਆ ਨਾ ਵੀ ਪੰਜਾਬ ਪਿੰਡਾਂ 'ਚ ਵਸਦਾ, ਪਿੰਡ ਹੀ ਉੱਜੜ ਗਏ, ਕਿਹੜਾ ਪੰਜਾਬ ਰਹਿ ਜੂ ਤੁਹਾਡੇ ਕੋਲੇ? ਇੱਥੋਂ ਮਾਈਗ੍ਰੇਸ਼ਨ ਇੰਨੀ ਹੋ ਗਈ, ਇੱਥੋਂ ਵਿਰਸਾ ਖਤਮ ਹੋ ਗਿਆ। ਤਾਂ ਇਹ ਗੱਲਾਂ ਬਹੁਤ ਬਹੁਤ ਫਰਕ ਪਾਉਂਦੀਆਂ ਜੀ। ਬਈ ਇੱਕ ਬੜਾ ਵੱਡਾ ਸਵਾਲ ਆ ਮੇਰਾ ਆਪਦਾ ਨਿੱਜੀ ਵੀ, ਉਹ ਦਿਮਾਗ ਦੇ ਵਿੱਚ ਵੀ ਬੜਾ ਘੁੰਮ ਰਿਹਾ। ਇੱਕ ਟਾਈਮ ਦੀਪ ਸਿੱਧੂ ਦੇ ਨਾਲ ਬੜੇ ਫੋਟੋਆਂ ਕਰਾਉਣ ਵਾਲੇ ਆਉਂਦੇ ਸੀ, ਸਵੇਰੇ 4:30 ਵਜੇ ਤੋਂ ਲੈ ਕੇ ਸ਼ਾਮ ਨੂੰ ਰਾਤ ਦੇ 2-2 3-3 ਵਜੇ ਜਾਂਦੇ ਫੋਟੋਆਂ ਕਰਾਉਣ ਵਾਲਿਆਂ ਦੇ। ਪਰ ਜਦੋਂ ਦੀਪ ਸਿੱਧੂ ਤੇ 1 ਲੱਖ ਰੁਪਏ ਦਾ ਨਾਮ ਰੱਖਿਆ ਜਾਂਦਾ ਤਾਂ ਸਾਰੀ ਪਾਸਾ ਵੱਟ ਜਾਂਦੇ ਆ। ਕੋਈ ਦੀਪ ਸਿੱਧੂ ਨੂੰ ਕਹਿੰਦਾ ਯਾਰ ਉਹਨੇ ਗਲਤ ਕਰਿਆ, ਕੋਈ ਕਹਿੰਦਾ ਯਾਰ ਮੇਰੇ ਘਰ ਨਾ ਆਵੇ, ਕੋਈ ਇੱਦਾਂ ਦੀਆਂ ਗੱਲਾਂ ਕਿਉਂ ਹੋਣ ਲੱਗ ਜਾਂਦੀਆਂ? ਫਿਰ ਬੰਦੇ ਲਈ ਇਹਨੂੰ ਵਕਤ ਪੈ ਜਾਂਦਾ ਬਈ ਆਏ ਆ, ਇਹ ਨਾ ਕੋਈ ਆਮ ਪੁਲਿਸ ਦਾ ਪਰਚਾ ਨਹੀਂ ਸੀ। ਇੱਕ ਸਟੇਟ ਜਿਹੜੀ ਆ ਜਾਂ ਡੀਪ ਸਟੇਟ ਆ, ਇਹ ਉਹਦੀ ਮਾਰ ਪਈ ਸੀ। ਜਦੋਂ ਸਟੇਟ ਦੀ ਮਾਰ ਪੈਂਦੀ ਆ ਨਾ, ਉਦੋਂ ਬਹੁਤ ਬੰਦੇ ਭੱਜ ਜਾਂਦੇ ਹੁੰਦੇ ਆ, ਸਾਰੇ ਹੀ ਭੱਜ ਜਾਂਦੇ ਹੁੰਦੇ ਆ, ਨਹੀਂ ਖੜਦੇ। ਉਹ ਇਸ ਕਰਕੇ ਨਹੀਂ ਖੜਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਟੇਟ ਬਹੁਤ ਪਾਵਰਫੁਲ ਆ, ਸਟੇਟ ਕਿਸੇ ਵੀ ਹੱਦ ਤੱਕ ਜਾ ਸਕਦੀ ਆ, ਕੁਝ ਵੀ ਕਰ ਸਕਦੀ ਆ। ਪਰ ਜਿੰਨੀ ਸਟੇਟ ਪਾਵਰਫੁਲ ਆ ਉਨੀ ਕਮਜ਼ੋਰ ਵੀ ਹੁੰਦੀ ਆ, ਇਹ ਨਹੀਂ ਪਤਾ ਉਹਨਾਂ ਨੂੰ। ਸਟੇਟ ਆਈਡੀਆ ਤੋਂ ਬਹੁਤ ਡਰਦੀ ਆ, ਜਿਹਦੇ ਕੋਲੇ ਆਈਡੀਆ ਉਹਦੇ ਤੋਂ ਡਰਨਗੇ, ਠੀਕ ਹੈ। ਫਿਰ ਉਹਨੂੰ ਘੇਰਨਾ ਕਿਵੇਂ ਆ, ਉਹ ਮੌਕਾ ਲੱਭਣਗੇ, ਜਿਵੇਂ ਮੇਰੇ ਨਾਲ ਹੋਇਆ। ਸੋ ਉਹ ਸਾਰੇ ਬੰਦੇ ਜਿਹੜੇ ਬੰਦੇ ਆਪਣੇ ਖਿਲਾਫ ਵੀ ਬੋਲੇ ਹਨਾ, ਜਿਨ੍ਹਾਂ ਨੇ ਬੜਾ ਮੰਦੇ ਲਫ਼ਜ਼ ਯੂਜ਼ ਕੀਤੇ, ਤੁਸੀਂ ਉਹਨਾਂ ਨੂੰ ਕਹੋ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਦੇ ਅੰਦਰੋਂ ਪੁੱਛ ਲਓ ਵੀ ਉਹ ਸ਼ਰਮਿੰਦਾ ਮਹਿਸੂਸ ਕਰਕੇ ਗਏ ਆ। ਬਹੁਤ ਬੰਦੇ ਮਾਫੀਆਂ ਮੰਗ ਕੇ ਗਏ ਆ। ਜਿਹੜੇ ਨਹੀਂ ਮੰਗ ਰਹੇ, ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਆਪਦੀ ਈਗੋ ਹੈ ਨਾ, ਕਿਉਂਕਿ ਇਨਸਾਨ ਕੋਲ ਇੱਕ ਈਗੋ ਵੀ ਹੁੰਦੀ ਆ ਵੀ ਮੈਂ ਆਹ ਗੱਲ ਕਹੀ ਸੀ, ਇਹ ਤੋਂ ਪਿੱਛੇ ਕਿਵੇਂ ਹਟ ਜਾ। ਹਾਂਜੀ, ਹੁਣ ਗੱਲ ਉਹੀ ਆ ਵੀ ਫਾਦਰ ਸਾਹਿਬ ਤੇ ਵੀ ਸਵਾਲ ਉੱਠੇ। ਪਰਿਵਾਰ ਨੂੰ ਕਿਸੇ ਨੂੰ ਨਹੀਂ ਬਖਸ਼ਦੇ ਹੁੰਦੇ, ਜਿਹੜੇ ਨਾਲ ਮਾੜੇ ਮੋਟੇ ਬੰਦੇ ਖੜਦੇ ਵੀ ਆ ਉਹਨਾਂ ਨੂੰ ਵੀ ਧਮਕੀਆਂ, ਉਹਨਾਂ ਨੂੰ ਵੀ ਇਹ ਕਹਿਣਗੇ ਵੀ ਤੁਹਾਡੇ ਤਾਂ ਪੱਲੇ ਹੀ ਕੁਛ ਨਹੀਂ ਛੱਡਣਾ। ਫਿਰ ਜਦੋਂ ਅੰਦਰ ਇੰਟੈਰੋਗੇਸ਼ਨ ਸੈਂਟਰ 'ਚ ਲੈ ਕੇ ਗਏ, ਮੈਨੂੰ ਇੰਟੈਰੋਗੇਟ ਕੀਤਾ, ਤੁਹਾਨੂੰ ਬਿਲੀਵ ਕਰਾਉਂਦੇ ਆ ਉਹ ਇਹ ਬੰਦੇ ਵੀ ਤੇਰੇ ਤਾਂ ਪੱਲੇ ਹੀ ਕੁਛ ਨਹੀਂ ਰਿਹਾ, ਤੇਰਾ ਤਾਂ ਬਾਹਰ ਹੈ ਹੀ ਕੁਛ ਨਹੀਂ। ਔਰ ਜਿਹੜੇ ਹੈਗੇ ਆ ਉਹ ਵੀ ਸਾਰੇ ਇੱਥੇ ਬੈਠੇ ਹੋਣਗੇ ਤੇਰੇ ਨਾਲ, ਵੀ ਤੇਰੀ ਹਸਤੀ ਕੀ ਆ, ਤੂੰ ਹੈ ਕੀ। ਇਹ ਤੁਹਾਨੂੰ ਇੰਨਾ ਵਿਸ਼ਵਾਸ ਕਰਾ ਦਿੰਦੇ ਆ, ਉਹ ਇੱਥੋਂ ਤੱਕ ਤੁਹਾਡੇ ਅੰਦਰ ਸੱਟਾਂ ਮਾਰਦੇ ਆ। ਬਈ ਗੱਲ ਕਰੀਏ, ਦੀਪ ਸਿੱਧੂ ਇੱਕ ਜਜ਼ਬਾਤੀ ਬੰਦਾ ਗਾ। ਸਾਰਾ ਕੁਛ ਚਾਹੇ ਉਹ ਮੀਡੀਆ ਹੋਵੇ, ਕੈਮਰਾ ਚੱਲਦਾ ਹੋਵੇ ਤੇ ਜਾਂ ਫਿਰ ਆਫ ਹੋਵੇ, ਉਹਨੇ ਬੋਲ ਹੀ ਦੇਣਾ। ਹੁਣ ਅੱਗੇ ਆਖਰੀ ਜੇ ਗੱਲ ਕਰੀਏ ਤਾਂ ਕੀ ਰਣਨੀਤੀਆਂ ਹੋਣਗੀਆਂ ਜਿਹੜੀਆਂ ਬੇਬੇ ਦੀ ਰਸੋਈ ਤੇ ਦੁਬਾਰਾ ਜਾਊਗਾ ਦੀਪ ਸਿੱਧੂ? ਬੇਬੇ ਨੂੰ ਕਿਵੇਂ ਛੱਡ ਸਕਦੇ ਹਾਂ ਅਸੀਂ ਆਪਦੀ? ਹਾਂ, ਬੇਬੇ ਦੀ ਰਸੋਈ ਤੇ ਜਾਵਾਂਗੇ, ਬਾਜਰੇ ਦੀ ਰੋਟੀ 'ਚ ਪਾ ਸਬਜ਼ੀ 'ਚ ਇੰਨਾ ਘਿਓ ਖਾਵਾਂਗੇ, ਰੱਬ ਸੁੱਖ ਰੱਖੇ। ਉਹ ਤਾਂ ਸਾਡੇ ਅੰਦਰ ਹੀ ਗੱਲਾਂ ਹੀ ਵਸਦੀਆਂ ਜੀ।
ਉਹ ਨਹੀਂ ਨਿਕਲ ਸਕਦੀਆਂ ਫਿਰ। ਬਈ ਇੱਕ ਜੇ ਗੱਲ ਕਰੀਏ ਤਾਂ ਹੁਣ ਫੇਰ ਆਪਾਂ ਖੁਦ ਮੁਖਤਿਆਰੀ ਦੀਆਂ ਗੱਲਾਂ ਕਰਦੇ ਹਾਂ, ਹੈ ਨਾ, ਵੀ ਸਾਨੂੰ ਜਿਹੜਾ ਪੰਜਾਬ ਆ ਉਹ ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਉਹ ਆਪਦਾ ਜਿਹੜਾ ਕਲਚਰ ਆ ਉਸ ਨੂੰ ਸੰਭਾਲਣ ਦੀਆਂ ਗੱਲਾਂ ਹੋ ਰਹੀਆਂ ਨੇ। ਪਰ ਸਾਡੇ ਨਾਲ ਹੀ ਕਿਉਂ ਹੁੰਦਾ, ਇਹ ਪੰਜਾਬ ਨਾਲ ਹੀ ਕਿਉਂ ਹੋ ਰਿਹਾ? 47 ਦੀ ਗੱਲ ਕਰੀ ਤਾਂ 47 'ਚ ਵੀ ਪੰਜਾਬ ਵੰਡਿਆ ਗਿਆ, 84 'ਚ ਵੀ ਪੰਜਾਬ ਵੰਡਿਆ ਗਿਆ, 66 'ਚ ਵੀ ਪੰਜਾਬ ਵੰਡਿਆ ਗਿਆ। ਇਹ ਪੰਜਾਬ ਨਾਲ ਹੀ ਕਿਉਂ ਹੁੰਦਾ ਜੀ ਬਾਤ? ਬਈ ਇਹ ਨਾ ਇਹਦੇ ਪਿੱਛੇ ਮੈਜੋਰਿਟੇਰੀਅਨ ਸਿਸਟਮ ਹੈ ਇੱਕ ਇੰਡੀਆ 'ਚ। ਇੱਕ ਮੈਜੋਰਿਟੀ ਆ ਜਿਹੜੀ ਕ੍ਰੀਏਟ ਕੀਤੀ ਗਈ ਆ, ਉਹ ਮੈਜੋਰਿਟੀ ਹੈ ਨਹੀਂ, ਉਹ ਕ੍ਰੀਏਟਡ ਮੈਜੋਰਿਟੀ ਆ। ਉਹਨੂੰ ਇਹ ਬਿਲੀਵ ਕਰਾਇਆ ਗਿਆ ਵੀ ਇਸ ਮੈਜੋਰਿਟੀ ਦੀ ਜਿਹਦਾ ਫਲਸਫਾ ਜਾਂ ਇਹਦੀ ਆਈਡੀਓਲੋਜੀ ਆ ਉਹ ਇੰਡੀਅਨ ਆ, ਇਹਨੂੰ ਫਾਸਿਜ਼ਮ ਕਹਿੰਦੇ ਆ। ਅੱਜ ਦੀ ਸਰਕਾਰ ਜਿਹੜਾ ਕੰਮ ਕਰ ਰਹੀ ਆ, ਹਿੰਦੂਤਵਾ ਲੈ ਆਈ ਨਾ। ਹਿੰਦੂਤਵਾ ਕੀ ਆ? ਮੈਜੋਰਿਟੀ ਕ੍ਰੀਏਟ ਕਰਕੇ ਵੀ ਆਹੀ ਆ ਆਈਡੀਓਲੋਜੀ ਸਾਡੀ, ਹਿੰਦੂਤਵਾ। ਇਸ ਦੇਸ਼ 'ਚ ਤਾਂ ਹਿੰਦੂਤਵਾ ਹੀ ਚੱਲਦਾ। ਜਿਹੜਾ ਉਸ ਆਈਡੀਓਲੋਜੀ 'ਚ ਫਿੱਟ ਨਹੀਂ ਬਹਿੰਦਾ ਉਹਨੂੰ ਜਾਂ ਤਾਂ ਅਸਿਮੀਲੇਟ ਕਰ ਦਿੰਦੇ ਆ ਜਾਂ ਐਲੀਮੀਨੇਟ ਕਰ ਦਿੰਦੇ ਆ, ਜਾਂ ਤਾਂ ਮਿਲਾ ਦਿੰਦੇ ਆ ਆਪਦੇ ਆਪ 'ਚ ਉਹਨੂੰ, ਤੇ ਜਾਂ ਉਹਨੂੰ ਜਮਾਂ ਹੀ ਉਹਦਾ ਖੋਰਾ ਖੋਜ ਮਿਟਾ ਦਿੰਦੇ ਆ। ਇਹ ਸਟੇਟ ਆਈ ਕੰਮ ਕਰਦੀ ਆ। ਸੋ ਇੱਕ ਜਿਹੜੀ ਮਾਨਸਿਕਤਾ ਹੋ ਗਈ ਨਾ ਮੈਜੋਰਿਟੀ ਦੀ, ਉਹ ਫਾਸਿਜ਼ਮ ਹੋ ਗਈ। ਹਿਊਮੈਨਿਸਟ ਨਹੀਂ ਰਹੇ, ਉਹ ਹਿਊਮਨ ਵੈਲਿਊਜ਼ ਨਹੀਂ ਆ ਉਹਨਾਂ 'ਚ, ਹੈ ਨਾ, ਵੀ ਇੱਕ ਦੂਜੇ ਨੂੰ ਇੱਜ਼ਤ ਦਈਏ, ਇੱਕ ਦੂਜੇ ਦੇ ਕਿਸੇ ਵੀ ਤਰ੍ਹਾਂ ਦੀ ਡਾਇਵਰਸਿਟੀ ਨੂੰ ਜਾਂ ਡਿਫਰੈਂਟ ਆਈਡੀਓਲੋਜੀਜ਼ ਨੂੰ ਵੀ ਸਪੇਸ ਦਈਏ। ਇੱਥੇ ਉਹ ਖਤਮ ਹੋ ਚੁੱਕਿਆ। ਇਹ ਫਾਸਿਸਟ ਕੌਨਸਟੀਟਿਊਂਸੀ ਬਣਦੀ ਜਾ ਰਹੀ ਹੈ ਤੇ ਇਹਦੇ ਖਿਲਾਫ ਹੀ ਤਾਂ ਅਸੀਂ ਲੜ ਰਹੇ ਹਾਂ ਵੀ ਇਸ ਦੇਸ਼ ਨੂੰ ਅਸੀਂ ਬਰਬਾਦ ਨਹੀਂ ਹੋਣ ਦੇਣਾ। ਇੱਥੇ ਫਾਸਿਸਟ ਕੌਨਸਟੀਟਿਊਂਸੀ ਨਹੀਂ ਬਣਨ ਦੇਣੀ। ਇਹ ਇੱਕ ਇਹੋ ਜਿਹੀ ਡੈਮੋਕ੍ਰੇਸੀ ਆ ਜਿੱਥੇ ਹਰ ਤਰ੍ਹਾਂ ਦੇ ਫੇਥ ਆ, ਇੱਥੇ ਡਾਇਵਰਸਿਟੀ ਆ, ਯੂਨਿਟੀ ਇਨ ਡਾਇਵਰਸਿਟੀ ਆ। ਅਸੀਂ ਉਹਨੂੰ ਕਾਇਮ ਰੱਖਣਾ। ਆਪਾਂ ਜੋ ਕਰ ਰਹੇ ਹਾਂ ਨਾ ਕੰਮ, ਉਹ ਦੇਸ਼ ਦੇ ਹੱਕ 'ਚ ਕਰ ਰਹੇ ਹਾਂ, ਪਰ ਉਹ ਮੈਜੋਰਿਟੀ ਜਾਂ ਜਿਹੜੀ ਰੂਲਿੰਗ ਗਵਰਨਮੈਂਟਸ ਆ ਉਹ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਦੀ ਆ, ਤੇ ਉਹ ਸਾਨੂੰ ਦਿਖਾਉਂਦੀ ਕਿਵੇਂ ਆ? ਤੁਸੀਂ ਇਹ ਦੇਖੋ, ਐਂਟੀ ਨੈਸ਼ਨਲ, ਇਹ ਕਿਸੇ ਵੀ ਤਰ੍ਹਾਂ ਦੇਸ਼ ਦੇ ਵਿਰੁੱਧ, ਦੇਸ਼ ਧਰੋਹੀ, ਇਹ ਤਾਂ ਆਹੀਂ ਗੱਲਾਂ ਕਰ ਦਿਖਾਉਂਦੇ ਆ। ਆਪਾਂ ਤਾਂ ਉਹ ਵੈਲਿਊਜ਼ ਪ੍ਰੋਟੈਕਟ ਕਰ ਰਹੇ ਹਾਂ ਜਿਹੜੀ ਇੰਡੀਅਨ ਕੌਨਸਟੀਟਿਊਸ਼ਨ ਸਾਨੂੰ ਦਿੰਦੀ ਆ। ਉਸ ਦਾਇਰੇ 'ਚ ਰਹਿ ਕੇ ਵੀ ਅਸੀਂ ਇਹ ਗੱਲ ਕਰਦੇ ਹਾਂ ਵੀ ਇੱਕ ਡਾਈਵਰਸ ਕੰਟਰੀ 'ਚ ਤਾਂ ਫੈਡਰਲ ਸਟਰਕਚਰ ਹੋਣਾ ਚਾਹੀਦਾ ਨਾ, ਉੱਥੇ ਤਾਂ ਯੂਨਿਟਰੀ ਫਾਰਮ ਆਫ ਗਵਰਨਮੈਂਟ ਨਹੀਂ ਹੋਣੀ ਚਾਹੀਦੀ। ਔਰ ਇਹ ਤਾਂ ਵੱਡੀਆਂ ਡੈਮੋਕ੍ਰੇਸੀਜ਼ ਨੇ ਓਵਰ ਅ ਪੀਰੀਅਡ ਆਫ ਟਾਈਮ ਗੱਲਾਂ ਸਿੱਖੀਆਂ, ਤੇ ਸਾਨੂੰ ਵੀ ਉਹਨਾਂ ਗੱਲਾਂ ਨੂੰ ਅਡਾਪਟ ਕਰਨਾ ਚਾਹੀਦਾ। ਪਰ ਇਹਦੇ ਲਈ ਸੰਘਰਸ਼ ਕਰਨੇ ਪੈਂਦੇ ਆ। ਇੰਨੇ ਸੌਖਾ ਤੇ ਛੇਤੀ ਕੰਮ ਨਹੀਂ ਹੁੰਦੇ। ਇੱਕ ਲਾਸਟ ਦੇ ਵਿੱਚ ਜਾਂਦੇ ਦੱਸ ਜੋ ਕਿਸਾਨ ਆਗੂਆਂ ਨਾਲ ਗੱਲਬਾਤ ਹੋਏਗੀ ਥੋੜ੍ਹੀ ਬਹੁਤੀ? ਭਾਈ ਕਿਸਾਨ ਆਗੂਆਂ ਦਾ ਮੈਂ ਪਹਿਲਾਂ ਕਿਹਾ ਜੀ, ਸਾਨੂੰ ਇਕੱਠੇ ਬਹਿਣਾ ਚਾਹੀਦਾ, ਹੈ ਨਾ। ਸਾਨੂੰ ਸਟ੍ਰੈਟਜੀ ਪਲਾਨ ਕਰਨੀ ਚਾਹੀਦੀ ਹੈ। ਸਾਨੂੰ ਆਪਸ 'ਚ ਨਹੀਂ ਉਲਝਣਾ ਚਾਹੀਦਾ ਕਿਸੇ ਗੱਲ 'ਚ। ਮੇਰੇ ਲਈ ਤਾਂ ਹਮੇਸ਼ਾ ਹੀ ਸਤਿਕਾਰਯੋਗ ਆ, ਉਹ ਸਤਿਕਾਰਯੋਗ ਰਹਿਣਗੇ। ਸਾਡੇ ਆਪਦੇ ਹੀ ਕਿਸਾਨ ਆਗੂ ਆ ਉਹ, ਸਾਡੇ ਬਾਹਰੋਂ ਤਾਂ ਨਹੀਂ ਹੈ ਨਾ ਕਿਤੇ, ਤੇ ਫਿਰ ਸਾਡੇ ਮਾੜੇ ਮੋਟੇ ਵਖਰੇਵੇਂ ਹੋ ਸਕਦੇ ਆ। ਪਰ ਅੱਜ ਤੱਕ ਅਸੀਂ ਇਕੱਠੇ ਨਹੀਂ ਬੈਠੇ, ਤੇ ਮੈਂ ਬਾਰ-ਬਾਰ ਇਹ ਗੱਲ ਕਹੀ ਵੀ ਇਕੱਠੇ ਬੈਠੀਏ। ਗੱਲਾਂ ਤਾਂ ਕੁਝ ਵੀ ਨਹੀਂ ਹੁੰਦੀਆਂ, ਤੇ ਗੱਲਾਂ ਬਹੁਤ ਵੱਡੀਆਂ ਬਣ ਜਾਂਦੀਆਂ ਹੁੰਦੀਆਂ। ਇੱਕ ਵਾਰੀ ਇਕੱਠੇ ਵੀ ਨਹੀਂ ਬਹਿ ਸਕਦੇ ਅਸੀਂ, ਇੰਨਾ ਕਿ ਅਸੀਂ ਆਪਦੇ ਅਗੇਂਸਟ, ਸਾਡੇ ਕਿਹੜਾ ਮਤਲਬ ਮਾਂ ਵੰਡੇ ਆ ਤੁਸੀਂ, ਉਹ ਜਿਹੜੇ ਆਪਾਂ ਪੰਜਾਬੀਆਂ 'ਚ ਕਹਿੰਦੇ ਹੋਣੇ ਆ ਵੀ ਆਪਾਂ ਕਿਹੜਾ ਜ਼ਮੀਨ ਵੰਡ ਲਈ, ਹੈ ਨਾ। ਸੋ ਐਟ ਲੀਸਟ ਵੀ ਸ਼ੁੱਡ ਸਿਟ ਟੁਗੈਦਰ ਐਂਡ ਦੈਨ ਟਾਕ, ਔਰ ਬੜਾ ਕੁਝ ਨਿਕਲ ਕੇ ਆਊਗਾ। ਬਟ ਇੱਥੇ ਜੇ ਏਕਾ ਹੋਊਗਾ ਤੇ ਬੜਾ ਕੁਝ ਖੱਟ ਜਾਂਗੇ ਆਪਾਂ। ਅਪੀਲ ਕੀ ਕਰੋਗੇ ਬਈ ਸਾਡੇ ਮਾਧਿਅਮ ਰਾਹੀਂ, ਜਿਹੜੇ ਤੁਹਾਡੇ ਲੋਕ ਨੇ ਸੁਣਦੇ ਨੇ ਤੁਹਾਨੂੰ, ਕਦੋਂ ਦੇ ਕਹਿ ਰਹੇ ਵੀ ਦੀਪ ਸਿੱਧੂ ਨੂੰ ਸੁਣਨਾ ਗਾ, ਅਪੀਲ ਕੀ ਕਰੋ? ਅਪੀਲ ਤਾਂ ਇਹੀ ਹੈ ਬਾਈ, ਇੱਕ ਤਾਂ ਰੈਸ਼ਨਲ ਥਿੰਕਿੰਗ ਰੱਖੋ, ਥੋੜ੍ਹੀ ਜਿਹੀ ਸੋਚੋ ਗੱਲਾਂ ਨੂੰ, ਹੈ ਨਾ, ਉਹਨਾਂ ਨੂੰ ਐਨਾਲਾਈਜ਼ ਕਰਨਾ ਸਿੱਖੋ, ਤੇ ਖਿੜਕੀ ਖੁੱਲੀ ਰੱਖਿਆ ਕਰੋ। ਆਪਾਂ ਫੰਡਾਮੈਂਟਲਿਸਟਿਕ ਲੋਕ ਨਹੀਂ ਆ। ਸਾਨੂੰ ਗੁਰੂ ਨਾਨਕ ਸਾਹਿਬ ਨੇ ਫੰਡਾਮੈਂਟਲਿਜ਼ਮ ਨਹੀਂ ਸਿਖਾਇਆ, ਜਾਂ 10ਵੇਂ ਪਾਤਸ਼ਾਹ ਨੇ, ਵੀ ਅਸੀਂ ਕੱਟੜ ਹੋ ਜਾਈਏ। ਕੱਟੜਪੰਥੀ ਨਹੀਂ ਆ ਸਾਡੇ 'ਚ। ਖਿੜਕੀ ਖੁੱਲੀ ਰੱਖੋ। ਦੂਜਾ ਬੰਦਾ ਜੇ ਤੁਹਾਡੀ ਆਈਡੀਓਲੋਜੀ ਨਾਲ ਨਹੀਂ ਸਹਿਮਤ ਆ, ਫਿਰ ਵੀ ਉਹਨੂੰ ਬੋਲਣ ਦਾ ਹੱਕ ਹੈ, ਤੇ ਉਹ ਦਿਓ, ਉਹਨੀ ਇੱਜ਼ਤ ਦਿਓ, ਨਫਾਸਤ ਰੱਖੋ, ਅਦਬ ਸਿੱਖੀਏ। ਅਸੀਂ ਕਿਵੇਂ ਗੱਲ ਕਰਨੀ ਹੈ ਇੱਕ ਦੂਜੇ ਨਾਲ ਉਹ ਸਿੱਖੀਏ, ਹੈ ਨਾ। ਈਵਨ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਦੀ ਭਾਸ਼ਾ ਹੋਈ ਆ, ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਜਿਹੜੀ ਇੱਕ ਕਿਰਦਾਰ ਨੂੰ ਅਸੀਂ ਮੇਨਟੇਨ ਕਰਕੇ ਰੱਖਦੇ ਹਾਂ ਆਪਦੇ ਨੂੰ, ਉੱਥੇ ਸਾਨੂੰ ਰੱਖਣਾ ਚਾਹੀਦਾ। ਸਾਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਉਹ ਪਬਲਿਕ ਪਲੇਟਫਾਰਮ ਆ, ਬੜੇ ਤਰ੍ਹਾਂ ਦੇ ਲੋਕ ਪੜ੍ਹਦੇ ਆ ਉਹਨੂੰ, ਤੇ ਉਹਨਾਂ ਦਾ ਦਿਲ ਵੀ ਦੁਖਦੇ ਆ। ਤੇ ਮੈਨੂੰ ਲੱਗਦਾ ਤੁਸੀਂ ਜਦੋਂ ਸਮਾਜ 'ਚ ਵਿਚਰਨਾ,
ਤੇ ਸਮਾਜ 'ਚ ਠੀਕ ਆ, ਸਾਡੇ ਇੱਕ ਪੰਜਾਬ ਦਾ ਕਲਚਰ ਇਹ ਵੀ ਆ ਵੀ ਅਸੀਂ ਜਜ਼ਬਾਤੀ ਲੋਕ ਆ, ਸਾਡੇ ਇਮੋਸ਼ਨਲ ਲੋਕ ਆ, ਅਸੀਂ ਗੁੱਸੇ ਵੀ ਜਲਦੀ ਹੋ ਜਾਂਦੇ ਆ, ਅਸੀਂ ਗਾਲੋ ਗਾਲੀ ਵੀ ਹੋ ਜਾਂਦੇ ਆ, ਪਰ 24 ਘੰਟੇ ਤਾਂ ਨਹੀਂ ਆਏ ਰਹਿੰਦੇ ਨਾ। ਸੋ ਉਹ ਗੱਲ ਆ ਵੀ 24 ਘੰਟੇ ਨਹੀਂ ਆਏ ਰਹਿ ਸਕਦੇ, ਉਹ ਇੱਕ ਸਮਾਂ ਹੁੰਦਾ ਇੱਕ ਅੱਧੇ ਮਿੰਟ ਦਾ, ਤੇ ਉਦੋਂ ਬਾਅਦ ਤਾਂ ਫਿਰ ਅਸੀਂ ਨਾਰਮਲ ਬੰਦੇ ਆ ਨਾ, ਸਾਨੂੰ ਉਵੇਂ ਹੀ ਵਿਚਰਨਾ ਚਾਹੀਦਾ ਤੇ ਉਵੇਂ ਹੀ ਬਿਹੇਵ ਕਰਨਾ ਚਾਹੀਦਾ। ਹਾਂਜੀ, ਧੰਨਵਾਦ। ਸੋ ਇਹ ਸਨ ਸਾਡੇ ਨਾਲ ਦੀਪ ਸਿੱਧੂ। ਗੱਲ ਕਰੀਏ ਕਿ ਪੂਰਾ ਨਾਮ ਦੱਸ ਦਈਏ, ਸੰਦੀਪ ਸਿੰਘ ਉਰਫ ਦੀਪ ਸਿੱਧੂ, ਜਿਨ੍ਹਾਂ ਦਾ ਜਨਮ ਹੋਇਆ ਸੀ ਉਦੇ ਕਰਨ ਦੇ ਵਿੱਚ, ਮੁਕਤਸਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਪਿੰਡ। ਤੇ ਸੋ ਇੱਦਾਂ ਹੀ ਗੱਲਾਂ ਬਾਤਾਂ ਹੋਰ ਵੀ ਕਰਾਂਗੇ, ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ। ਜੁੜੇ ਰਹੋ ਸਰਖਾਬ ਟੀਵੀ ਦੇ ਨਾਲ। ਮੈਨੂੰ ਦਿਓ ਫਿਲਹਾਲ ਦੇ ਲਈ ਆਗਿਆ। ਹਰਜਿੰਦਰ ਸਿੰਘ ਢਿੱਲੋਂ ਨੂੰ ਧੰਨਵਾਦ।